ਖੁਦੋ ਖੋਸਲਾ ਧਰਮੰ ਦਾਸ। ਤੇ ਇੱਕ ਧਰਮਦਾਸ ਨਾਮ ਦਾ ਕੋਈ ਖੋਸਲਾ, ਉਹਦਾ ਜਿਵੇਂ ਗੋਤ ਹੁੰਦਾ ਵੀ ਖੱਤਰੀਆਂ ਚ ਖੋਸਲੇ ਵੀ ਹੁੰਦੇ ਆ, ਉਹ ਕੋ ਖੋਸਲਾ ਗੋਤ ਜਾਤ ਦਾ ਧਰਮਦਾਸ ਨਾਵੇਂ ਸਿੱਖ ਹੈ। ਇਕ ਤਕਿਆਰਾ ਡੂਗਰ ਦਾਸ। ਤੇ ਇੱਕ ਤਕਿਆਰਾ ਨਾਮ ਦਾ ਇੱਕ ਡੂਗਰ ਦਾਸ ਨਾਵੇਂ ਸਿੱਖ ਹੈ। ਦੀਪਾ ਅਰ ਜੇਠਾ ਸੰਸਾਰੂ। ਭਾਈ ਦੀਪਾ ਜੀ ਤੇ ਇੱਕ ਭਾਈ ਜੇਠਾ ਸੰਸਾਰੂ, ਇਹ ਛੇਵਾਂ ਸਿੱਖ। ਇਹ ਜਿਹੜਾ ਪੰਜਵਾਂ ਸਿੱਖ ਭਾਈ ਜਿਹੜਾ ਜੇਠਾ ਸੰਸਾਰੂ ਨਾਮ ਦਾ ਹੈ। ਬੂਲਾ ਅਪਰ ਤੀਰਥਾ ਚਾਰੂ। ਤੇ ਛੇਵਾਂ ਭਾਈ ਬੂਲਾ ਜੀ ਤੇ ਸਤਵਾਂ ਭਾਈ ਤੀਰਥਾ ਜੀ ਸੁੰਦਰ ਮਤ ਬੁੱਧ ਵਾਲੇ ਹੈ। ਮਿਲ ਕਰ ਸਪਤ ਸਿੱਖ ਇਹ ਆਏ। ਇਹ 7 ਸਿੱਖ ਮਿਲ ਕੇ ਗੁਰੂ ਰਾਮਦਾਸ ਮਹਾਰਾਜ ਪਾਸ ਗੋਇੰਦਵਾਲ ਆਏ ਹਨ। ਸ਼੍ਰੀ ਗੁਰੂ ਰਾਮਦਾਸ ਜਿਸ ਥਾਏ। ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨਮੋ ਕਰੀ ਬਹ ਬਿਨੈ ਪ੍ਰਕਾਸ਼। ਉਥੇ ਪਹੁੰਚ ਕਰਕੇ ਨਾ ਨਮਸਕਾਰ ਕੀਤੀ ਹੈ, ਸਤਿਗੁਰਾਂ ਨੂੰ ਬੰਦਨਾ ਕੀਤੀ ਤੇ ਫਿਰ ਆਪਦੀ ਬੇਨਤੀ ਆਰੰਭ ਕੀਤੀ ਹੈ। ਹੱਥ ਜੋੜ ਕਰ ਬੈਠੇ ਪਾਸ। ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਪਾਸ ਬੈਠ ਗਏ ਹੈ। ਸ਼ਰਨ ਭਰੇ ਰਾਵ ਦਰਬਾਰ। ਤੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਦਰ ਘਰ ਦੀ ਚਰਨ ਸ਼ਰਨ ਵਿੱਚ ਅਸੀਂ ਆ ਪਏ ਹਾਂ ਸੱਤੇ। ਕਰਹ ਉਦਾਹਰਣ ਕਿਸੈ ਪ੍ਰਕਾਰ। ਤੇ ਕਿਸੇ ਤਰ੍ਹਾਂ ਮਹਾਰਾਜ ਕੋਈ ਆਪ ਉਪਦੇਸ਼ ਬਖਸ਼ੋ, ਕਿਸੇ ਵਿਧੀ ਨਾਲ ਸਾਡਾ ਵੀ ਉਧਾਰਾ ਕਰ ਦੇਵੋ ਜੀ। ਕਰਹ ਰਾਮਦਾਸ ਸਤਿਗੁਰੂ ਉਚਾਰਾ। ਤੋ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਫਿਰ ਇਹ ਬਚਨ ਉਚਾਰਨ ਕੀਤਾ ਹੈ। ਪ੍ਰਥਮ ਤਜਹਾ ਮਨ ਕੋ ਹੰਕਾਰਾ। ਵੀ ਪਹਿਲਾਂ ਮਨ ਦਾ ਹੰਕਾਰ ਜਿਹੜਾ ਵਾ ਉਹ ਛੱਡਣਾ ਚਾਹੀਏ, ਵੀ ਮੈਂ ਕੀਤਾ, ਮੈਂ ਕਰਾਂਗਾ, ਮੈਂ ਕਰ ਸਕਦਾ, ਮੇਰੇ ਬਿਨ ਨਹੀਂ। ਇਹ ਮੈਂ ਮੇਰੀ ਵਾਲਾ ਹੰਗਤਾ ਮਮਤਾ ਮਨ ਦਾ ਹੰਕਾਰ ਇਹ ਪਹਿਲਾਂ ਛੱਡਣਾ ਪੈਂਦਾ ਹੈ। ਗਹੋ ਨਮਰਤਾ ਤਿਆਗਿਆ ਮਤ ਸਰ। ਤੇ ਫਿਰ ਨਿਮਰਤਾ ਰੱਖ ਕੇ ਈਰਖਾ ਜਿਹੜੀ ਢਿੱਡ ਵਿੱਚ ਕਿਸੇ ਦੇ ਪਰਥਾਇਓ ਮੰਦ ਜਿਹੜੀ ਭਾਵਨਾ ਰੱਖਣੀ, ਉਹਨੂੰ ਈਰਖਾ ਆਖੋ। ਈਰਖਾ ਜਿਹੜੀ ਹੈ ਉਹ ਛੱਡ ਦੇਣੀ ਚਾਹੀਦੀ ਹੈ। ਕਰਹ ਨਿੰਦਾ ਅਵਗੁਣ ਪਰ ਹਰ। ਤੇ ਕਦੇ ਅਣਹੋਈ ਗੱਲ ਨਹੀਂ ਜਿਹਨੂੰ ਨਿੰਦਾ ਕਹਿੰਦੇ। ਇੱਕ ਤਾਂ ਹੋਈ ਹੁੰਦੀ, ਇੱਕ ਅਣਹੋਈ ਗੱਲ ਜਿਹੜੀ ਹੈ ਮਨ ਦੀ ਈਰਖਾ ਕਰਕੇ ਜਿਹੜੀ ਨਿੰਦਾ ਹੈ ਉਹ ਵੀ ਛੱਡਣੀ ਕਰੋ ਨਿੰਦਾ। ਅਵਗੁਣ ਪਰ ਹਰ। ਤੇ ਔਗਣ ਜਿਹੜੇ ਉਹ ਪਰ ਵਿਸ਼ੇਸ਼ ਕਰਕੇ ਹਰ ਛੱਡ ਦੇਣੇ ਹਨ। ਔਗਣ ਜਿਹੜੇ ਉਹ ਵੀ ਤਿਆਗ ਦੇਣੇ ਚਾਹੀਦੇ ਆ। ਜੇ ਕਰ ਆਇਓ ਸਿੱਖ ਨਿਹਰ ਹੈ। ਤੇ ਜੇ ਕੋਈ ਨਿਹਰੀਆ ਹੈ, ਜੇ ਕੋਈ ਸਿੱਖ ਵੇਖੀਏ ਆਉਂਦਾ, ਵੀ ਕੋਈ ਆਉਂਦਾ ਘਰ ਵਿੱਚ ਸਿੱਖ ਜਾਣੀਏ ਤਾਂ ਨਿਜ ਨਿਜ ਘਰ ਤੇ ਸੇਵਾ ਕਰੀਏ ਹੈ। ਤੇ ਆਪੋ ਆਪਣੇ ਘਰ ਤੋਂ ਜਿੰਨਾ ਬਲ ਪੈਂਦਾ ਉਹ ਸੇਵਾ ਕਰਨੀ ਚਾਹੀਦੀ ਹੈ। ਭੋਜਨ ਵਸਤਰ ਭਾਉ ਧਰ ਕੀਜੈ। ਤੇ ਭੋਜਨ ਜਿਹੜਾ ਉਹ ਤੇ ਵਸਤਰ ਜਿਹੜੇ ਬੜਾ ਪ੍ਰੇਮ ਧਾਰ ਕੇ ਜਿਹੜੇ ਆ ਉਹ ਭੋਜਨ ਦਿਓ ਸਿੱਖ ਨੂੰ ਰਲ ਮਿਲ ਕਰਕੇ। ਜੇ ਨਗਰ ਵਿੱਚ ਕੋਈ ਸਿੱਖ ਦਿਸੇ ਆਇਆ ਹੋਇਆ ਬਾਹਰੋਂ ਅਤਿਥੀ ਲੋੜਵੰਦ, ਕੱਪੜਾ ਦਿਓ ਉਹਨੂੰ, ਅੰਨ ਭੋਜਨ ਤੇ ਬੜਾ ਪ੍ਰੇਮ ਰੱਖ ਕੇ ਖੁੱਲੇ ਦਿਲ ਨਾਲ ਦੇਣਾ ਚਾਹੀਦਾ ਹੈ। ਮਨ ਨ ਬਾਕ ਨ ਫੇਰਨ ਕੀਜੈ। ਤੇ ਉਹਦਾ ਬਚਨ ਮੰਨੋ, ਫਿਰ ਵਚਨ ਮੰਨ ਕੇ ਫੇਰ ਨਾ ਕੀਜੈ, ਭਾਵ ਕਿ ਉਹ ਮੋੜਨਾ ਨਹੀਂ ਬਚਨ ਨੂੰ ਕਦੇ। ਜੇ ਸਿੱਖ ਕੋ ਹੋਏ ਕਾਜ ਵਡੇਰਾ। ਤੇ ਬਾਕੀ ਭਾਈ ਜੇ ਕੋਈ ਕਿਸੇ ਸਿੱਖ ਦਾ ਵੱਡਾ ਕੰਮ ਅੜਿਆ ਹੋਵੇ, ਕਿਸੇ ਦੀ ਬੱਚੀ ਵਿਆਹੁਣ ਵਾਲੀ, ਕੋਈ ਇਲਾਜ ਆਦਿਕ ਕਰਵਾਉਣ ਵਾਲਾ, ਕੋਈ ਵੱਡਾ ਕਾਰਜ ਘਰ ਹੈ ਨਹੀਂ, ਐਸਾ ਕੰਮ ਕੋਈ ਵੇਹ ਰਿਹਾ ਸਿੱਖ ਦਾ, ਬਿਨ ਤਨ ਸਰਹਿ ਨ ਜਾਉ ਅਸ ਹੀਰਾ। ਤੇ ਜੇ ਜਾਣੀਏ ਵੀ ਇਹ ਸਰਦਾ ਨਹੀਂ, ਭਾਵ ਉਹਦੇ ਪਾਸੋਂ ਇਹ ਕੰਮ ਜਿਹੜਾ ਪੂਰਨ ਨਹੀਂ। ਬਿਨ ਧਨ ਸਰਹਿ ਨਾ, ਬਿਨਾਂ ਧਨ ਤੋਂ ਜਿਹੜਾ ਉਹਦਾ ਕਾਰਜ ਰੁਕਿਆ ਹੋਵੇ, ਤੋ ਐਸਾ ਕੰਮ ਰੁਕਿਆ ਹੋਇਆ ਕਿਸੇ ਸਿੱਖ ਦਾ ਜੇ ਵੇਖੋ ਤਾਂ ਸਭ ਮਿਲ ਕਰ ਉਚਰਹ ਅਰਦਾਸ। ਤੇ ਸਾਰੇ ਰਲ ਮਿਲ ਕਰਕੇ ਉਹ ਕੰਮ ਕਰਨ ਵਾਸਤੇ ਅਰਦਾਸ ਕਰੋ, ਭਾਵ ਉਹਦੇ ਤਾਈਂ ਇਹ ਬੇਨਤੀ ਆਖੋ ਲੋੜਵੰਦ ਸਿੱਖ ਤਾਈਂ ਵੀ ਅਸੀਂ ਇਹ ਕਾਰਜ ਕਰਾਂਗੇ, ਜਾਂ ਪ੍ਰਭੂ ਦੇ ਚਰਨਾਂ ਵਿੱਚ ਇਸ ਤਰ੍ਹਾਂ ਅਰਦਾਸ ਕਰੋ। ਸਭ ਤੇ ਇਕ ਥਲ ਕਰ ਨਿਜ ਪਾਸ। ਭਾਵ ਜਾਂ ਕਹੋ ਵੀ ਸਾਰਿਆਂ ਦੇ ਤਾਈਂ ਅਰਦਾਸ ਕਹੀਏ, ਬੇਨਤੀ ਕਰਕੇ ਉਗਰਾਹੀ ਆਦਿਕ ਉਹ ਪੈਸਾ ਇਕੱਠਾ ਕਰਕੇ, ਇਕੱਠਾ ਸਾਰੇ ਉਹ ਧਨ ਨੂੰ ਥੋੜਾ ਥੋੜਾ ਉਹ ਰਲ ਮਿਲ ਕਰਕੇ ਤੇ ਇੱਕ ਪਾਸੇ, ਭਾਵ ਸਾਰਾ ਧਨ ਇੱਕੋ ਥਾਂ ਇਕੱਠਾ ਕਰਕੇ ਸਿੱਖ ਕੋ ਕਾਰਜ ਦੀਜੈ ਸਾਰ। ਤੇ ਜਿਹੜਾ ਕੋਈ ਸਿੱਖ ਹੈ ਉਹਦਾ ਅੜਿਆ ਹੋਇਆ ਕਾਰਜ, ਬੱਚੀ ਵਿਆਹੁਣੀ, ਕੋਈ ਇਲਾਜ ਆਦਿਕ ਹੋਰ ਵੀ ਬਥੇਰੇ ਕੋਈ ਵੱਡੇ ਕਾਰਜ ਹੈ, ਉਹ ਰਲ ਮਿਲ ਕਰਕੇ ਭਾਈ ਕਰ ਦੇਣੇ ਚਾਹੀਦੇ। ਮਾਇਆ ਦਾ ਕਰਨ ਵਾਲਾ ਜੀ ਕੋਈ ਕੰਮ ਹੈ, ਉਹ ਸਾਰੇ ਸਿੱਖ ਮਾਇਆ ਥੋੜ੍ਹੀ ਥੋੜ੍ਹੀ ਇਕੱਠੀ ਕਰਨ ਤੇ ਉਹ ਦੇ ਕਰਕੇ ਉਸ ਗਰੀਬ ਸਿੱਖ ਦਾ ਕਾਰਜ ਸਿੱਧ ਕਰ ਦਿੱਤਾ ਜਾਵੇ। ਤਬ ਪ੍ਰਾਪਤ ਤੁਮ ਕੋ ਸੁਖ ਸਾਰ। ਤੇ ਸ੍ਰੇਸ਼ਟ ਸੁਖ ਫਿਰ ਤੁਹਾਨੂੰ ਪ੍ਰਾਪਤ ਹੋਵੇਗਾ। ਵੀ ਸਰੀਰ ਤਾਂ ਸੁਖੀ ਹੋ ਜਾਂਦਾ ਹੈ ਇਸ ਤਰ੍ਹਾਂ ਕੋਈ ਮਾਇਆ ਨਾਲ ਚੀਜ਼ਾਂ ਵਸਤੂਆਂ ਖਰੀਦ ਕੇ,
ਪਰ ਸੇਵਾ ਸਿਮਰਨ ਦੇ ਨਾਲ ਉਹ ਸਰੀਰ ਨਹੀਂ, ਉਹ ਤਾਂ ਮਨ ਨੂੰ ਸੁੱਖ ਮਿਲਦਾ ਹੈ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਮਨ ਨੂੰ ਅਸਲੀ ਸ੍ਰੇਸ਼ਟ ਸੁੱਖ ਫਿਰ ਪ੍ਰਾਪਤ ਹੋਵੇਗਾ। ਜਹ ਸਤ ਸੰਗਤ ਕੋ ਸਮਤ ਤੇ ਰਹਾ। ਜਿੱਥੇ ਸੰਗਤ ਜਿਹੜਾ ਹੈ ਸਮੁਦਾਇ ਹੋਊਗਾ, ਜਿੱਥੇ ਸਾਰੀ ਸੰਗਤ ਕਿਤੇ ਜੁੜੀ ਤੁਹਾਨੂੰ ਮਿਲਦੀ, ਸੰਗਤ ਦਾ ਕਿਤੇ ਇਕੱਠ ਮਿਲਦਾ ਹੈ, ਕਥਾ ਕੀਰਤਨ ਕਰਹਿ ਤੇ ਬਨਾਏ। ਕੋਈ ਕੀਰਤਨ ਕਰ ਰਿਹਾ ਸਿੱਖ, ਕੋਈ ਕਥਾ ਕਰ ਰਿਹਾ, ਬੜਾ ਸੋਹਣਾ ਬਣਾ ਕੇ ਦੀਵਾਨ ਸਜਿਆ ਹੋਇਆ ਹੈ, ਤਹਾਂ ਜਾਏ ਸੰਧਿਆ ਅਰ ਪ੍ਰਾਤੀ। ਤੇ ਉਥੇ ਸਵੇਰੇ ਸ਼ਾਮ ਜਾਣਾ ਚਾਹੀਦਾ ਹੈ। ਵੀ ਜਿੱਥੇ ਕੋਈ ਕਥਾ ਹੁੰਦੀ ਹੈ, ਕੋਈ ਕੀਰਤਨ ਹੁੰਦਾ ਹੈ, ਭਾਵ ਗੁਰੂ ਘਰ ਹੈ, ਕੋਈ ਨਿਤਨੇਮ ਹੁੰਦਾ ਹੈ, ਉਥੇ ਦਿਨ ਰਾਤ ਸੁਬਾਹ ਤੇ ਸ਼ਾਮ 2 ਸਮੇਂ ਹਾਜ਼ਰੀ ਭਰਨੀ ਚਾਹੀਏ। ਤਰਹਾ ਪ੍ਰੀਤ ਕਰ ਮਤ ਕੋ ਰਾਤੀ। ਤੇ ਮਤ ਨੂੰ ਸੰਗਤ ਦੇ ਵਿੱਚ ਜਾਂ ਉਹ ਕੀਰਤਨ ਕਥਾ ਵਿੱਚ ਪ੍ਰੇਮ ਕਰਕੇ ਵਿੱਚ ਰਤੀ ਤਦਾਕਾਰ ਰੱਖਣਾ ਚਾਹੀਦਾ, ਭਾਵ ਕਿ ਮਤ ਨੂੰ ਸੰਗਤ ਵਿੱਚ ਕਥਾ ਕੀਰਤਨ ਵਿੱਚ ਭਿਉਂ ਕੇ ਰੱਖੀਏ, ਜਿਸ ਮਹਿ ਜਥਾ ਸ਼ਕਤ ਹੋਏ ਆਵਹਿ। ਜਿਹਦੇ ਵਿੱਚ ਕਿਸੇ ਵਿੱਚ ਜਿੰਨਾ ਕੋ ਬਲ ਪੈਂਦਾ, ਕੋਈ ਯਥਾ ਸ਼ਕਤ ਜਿੰਨੀ ਕੋ ਭਾਵ ਕੋ ਮਾਇਆ ਕਰਕੇ, ਕੋਈ ਧਨ ਕਰਕੇ, ਤਾਂ ਸਰੀਰ ਕਰਕੇ, ਕੋਈ ਤੋ ਜਿਹੋ ਜੀ ਕਿਸੇ ਦਾ ਬਲ ਪੈਂਦਾ, ਜਿੰਨੀ ਕੋ ਪੂੰਜੀ ਪਹੁੰਚਦਾ ਮਾਲਕ ਹੋਵੇ। ਧਰਮਸ਼ਾਲਾ ਆਪੇ ਬਣਵਾਵਹਿ। ਤੇ ਰਲ ਮਿਲ ਕੇ ਜਿੱਥੇ ਸਿੱਖਾਂ ਨੇ ਇਕੱਠੇ ਹੋਣਾ ਉੱਥੇ ਧਰਮਸ਼ਾਲਾ ਬਣਵਾਓ, ਜੇ ਹੈ ਤੇ ਉਹਨੂੰ ਵੱਡੀ ਕਰਨ ਦਾ ਯਤਨ ਕਰੋ ਵੀ ਇਹ ਹੋਰ ਵੱਡਾ ਸਥਾਨ ਬਣੇ, ਐਸੀ ਭਾਵਨਾ ਰੱਖੋ। ਜਿਸ ਮੈਂ ਰਾਖਹਿ ਸਿੱਖ ਟਿਕਾਏ। ਤੇ ਉਹਦੇ ਵਿੱਚ ਕੋਈ ਜਿਹੜਾ ਸੂਝਵਾਨ ਸਿੱਖ ਟਿਕਾ ਰੱਖੋ, ਕੋਈ ਕਥਾ ਕਰਨ ਵਾਲਾ, ਕੋਈ ਕੀਰਤਨ ਕਰਨ ਵਾਲਾ, ਜਿਹੜਾ ਤੁਹਾਨੂੰ ਗੁਰਬਾਣੀ ਦੇ ਮਾਇਨੇ ਦੱਸੇ, ਗੁਰੂ ਘਰ ਦੀ ਮਾਣ ਮਰਿਆਦਾ ਉਹਦੇ ਤੋਂ ਜਾਣੂ ਕਰਵਾਏ, ਜਿਹਨੂੰ ਆਪਾਂ ਹੁਣ ਗ੍ਰੰਥੀ ਕਹਿ ਲਓ। ਤੋ ਮਹਾਰਾਜ ਕਹਿੰਦੇ ਕੋਈ ਸਿਆਣਾ ਸਿੱਖ ਭਾਈ ਉਸ ਧਰਮਸ਼ਾਲਾ ਵਿੱਚ ਰੱਖੋ ਟਿਕਾ ਕੇ, ਭਾਵ ਦਾ ਜਿੱਦਾਂ ਦਾ ਵੀ ਯਥਾ ਸ਼ਕਤ ਪ੍ਰਬੰਧ ਕਰਕੇ ਉਹਨੂੰ ਉੱਥੇ ਰੱਖਣਾ ਕਰੋ। ਪੰਥੀ ਕੋ ਭੋਜਨ ਮਿਲ ਜਾਏ। ਤੇ ਉੱਥੇ ਜੇ ਸਿੱਖ ਹੋਊਗਾ ਤਾਂ ਫਿਰ ਉੱਥੇ ਪ੍ਰਸ਼ਾਦਾ ਆਦਿਕ ਦੀ ਉਹ ਖੇਡ ਰਵੇ, ਉਹ ਪੱਕਦਾ ਰਹੇ। ਜੇ ਕੋਈ ਉੱਥੋਂ ਰਾਹੀ ਪਾਉਂਦੀ ਲੰਘੇ ਧਰਮਸ਼ਾਲਾ ਦੇ ਪਾਸੋਂ, ਤੇ ਉਹਨੂੰ ਜਿਹੜਾ ਹੈ ਉਹ ਪ੍ਰਸ਼ਾਦਾ ਮਿਲੇ ਭੁੱਖੇ ਨੂੰ, ਵੀ ਗੁਰੂ ਕਾ ਧਰਮ ਦਾ ਕਰਤਾ ਉਹ ਹੈ ਜਿੱਥੇ ਤੁਰੇ ਜਾਂਦੇ ਕਿਸੇ ਰਾਹੀ ਪਾਂਦੀ ਨੂੰ ਜਿਹੜਾ ਹੈ ਉਹ ਪ੍ਰਸ਼ਾਦਾ ਮਿਲੇ, ਉਹਦੀ ਪੇਟ ਪੂਰਤੀ ਹੋ ਜਾਵੇ। ਇੱਕ ਸਿੱਖ ਦੇਹ ਕੇ ਸਭ ਮਿਲ ਦੇਵੈ। ਤੇ ਉਹਨੂੰ ਇੱਕ ਸਿੱਖ ਦਿਓ, ਚਾਹੇ ਤੇ ਚਾਹੇ ਕੋਈ ਲੰਗਰ ਰੂਪ ਵਿੱਚ ਖੁੱਲਾ ਲੰਗਰ ਕਰੋ। ਸਾਰੇ ਸਿੱਖ ਰਲ ਮਿਲ ਕਰਕੇ ਜਿਹੜਾ ਅੰਨ ਦਾ ਦਸਵੰਧ ਹੈ ਨਾ, ਸਭ ਤੋਂ ਵੱਡਾ ਦਾਨ ਹੈ। ਉਹ ਅੰਨ ਪ੍ਰਸ਼ਾਦੇ ਆਦਿਕ ਦਾ ਚਾਹੇ ਇੱਕ ਇੱਕ ਸਿੱਖ ਆਪਣਾ ਲੰਗਰ ਇੱਕ ਇੱਕ ਨੂੰ ਛਕਾਏ, ਤੇ ਚਾਹੇ ਬਹੁਤਿਆਂ ਨੂੰ ਸਾਰਾ ਨਗਰ ਬਹੁਤੇ ਸਿੱਖ ਰਲ ਕੇ ਛਕਾਇਆ ਕਰਨਾ। ਸਿਮਰਹਿ ਨਾਮ ਸੋ ਜਨ ਕੋ ਸੇਵੈ। ਤੇ ਸ੍ਰੇਸ਼ਟ ਜਾਣ ਪ੍ਰਭੂ ਜਿਹੜਾ ਵੈ, ਜਾਂ ਸ੍ਰੇਸ਼ਟ ਜਾਨੀ ਜਾਣ ਪ੍ਰਭੂ ਨੂੰ ਸਿਮਰੇ, ਨਾਮ ਜਾਂ ਨਾਮ ਦਾ ਸਿਮਰਨ ਕਰਨ। ਸੋ ਜਾਣ ਸ੍ਰੇਸ਼ਟ ਜਿਹੜੇ ਜਾਣ ਕਹੀਏ ਸਿੱਖ ਹੈ, ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਕਹਾ ਮਹਾਤਮ ਇਸ ਕੋ ਕਹੀਐ। ਸਿੱਖ ਹੋਣੇ ਦਾ ਮਹਾਤਮ ਤੁਸੀਂ ਪੁੱਛੋ ਵੀ ਕਿੰਨਿਆਂ ਕੁ ਫਲ ਮਿਲੇਗਾ, ਤੇ ਇਹਦਾ ਮਹਾਤਮ ਕਿੰਨਾ ਹੋਵੇਗਾ, ਕਹਿ ਕੇ ਨਹੀਂ ਦੱਸ ਸਕਦੇ ਹਾਂ। ਪੁੰਨ ਪਦਾਰਥ ਸਮਨਹਿ ਲਹੀਐ। ਵੀ ਪੁੰਨ ਪਦਾਰਥਾਂ ਦਾ ਪੁੰਨ ਕੀ ਕਰਨਾ ਉਹਦੇ ਬਰਾਬਰ, ਜਾਂ ਇਹ ਪੁੰਨ ਜਿਹੜਾ ਪਦਾਰਥ ਸਾਹਮਣੇ ਲਈ ਹੈ, ਕੋਈ ਵੀ ਪਦਾਰਥ ਸਿੱਖਾਂ ਦੀ ਸੇਵਾ ਜਾਂ ਕੋਈ ਵੀ ਪੁੰਨ ਜਾਂ ਕੋਈ ਵੀ ਪਦਾਰਥ ਉਹ ਇਹਦੀ ਬਰਾਬਰੀ ਨਹੀਂ ਲੈ ਸਕਦਾ। ਜਿਹੜੀ ਸਿੱਖਾਂ ਨੂੰ ਭੋਜਨ ਛਕਾਉਣਾ, ਬਾਣੀ ਪੜ੍ਹਨੀ, ਕਿਰਤ ਕਰਨੀ, ਕੀਰਤਨ ਕਥਾ ਸੁਣਨਾ, ਤੇ ਵਿਸ਼ੇਸ਼ ਸਿੱਖਾਂ ਨੂੰ ਭੁੱਖਿਆਂ ਨੂੰ ਪ੍ਰਸ਼ਾਦਾ ਜਾਂ ਕਿਸੇ ਭੁੱਖੇ ਪਾਂਧੀ ਨੂੰ ਪ੍ਰਸ਼ਾਦਾ ਛਕਾਉਣਾ, ਇਸ ਸੇਵਾ ਦੇ ਬਰਾਬਰ ਨਾ ਤਾਂ ਕੋਈ ਪੁੰਨ ਹੈ ਨਾ ਕੋਈ ਪਦਾਰਥ, ਇਹਦੇ ਬਰਾਬਰ ਕੋਈ ਨਹੀਂ ਹੈ। ਇਸ ਜਗ ਮਹਿ ਸੁਖ ਪਾਏ ਕਨੇਰਾ। ਜਿਸ ਕਰਕੇ ਤੁਸੀਂ ਇਸ ਸੰਸਾਰ ਵਿੱਚ ਬਹੁਤਾ ਸੁਖ ਪ੍ਰਾਪਤ ਕਰੋਗੇ। ਅੰਤ ਗੁਰੂ ਟਿਕ ਲਹਿ ਬਸੇਰਾ। ਤੇ ਅੰਤਲੇ ਸਮੇਂ ਨੂੰ ਪਰਮੇਸ਼ਰ ਦੇ ਚਰਨਾਂ ਵਿੱਚ, ਗੁਰੂ ਨਾਨਕ ਪਾਤਸ਼ਾਹ ਦੇ ਵਿੱਚ ਹੀ ਬਸੇਰਾ ਵਾਸਾ ਕਰ ਲਓਗੇ। ਪਾਛਲ ਰਾਤ ਕਰਹ ਇਸਨਾਨ। ਤੇ ਜਦੋਂ ਇਹ ਪਹਿਰ ਰਾਤ ਰਹਿੰਦੀ, ਜਾਂ ਰਾਤ ਦੇ ਪਿਛਲੇ ਪਹਿਰ ਜਿਹੜਾ ਹੈ ਰਾਤ ਰਹਿੰਦਿਆਂ ਇਸ਼ਨਾਨ ਕਰ ਲੈਣਾ ਰੋਜ਼। ਗੁਰਬਾਣੀ ਪੜ੍ਹੀਐ ਨਿਤ ਹਿਤ ਠਾਨ। ਤੇ ਪ੍ਰੇਮ ਰੱਖ ਕੇ ਸਦਾ ਗੁਰਬਾਣੀ ਪੜ੍ਹਨੀ ਹੈ। ਗੁਰਬਾਣੀ ਇੱਕ ਤਾਂ ਹੈ ਨਾ, ਉਹ ਪੜ੍ਹਿਆ ਉਹ ਜੈਸਾ ਨਾ ਪੜ੍ਹਿਆ ਵੀ ਦਵਾ ਦਵ ਉਹ ਬੱਧਾ ਚੱਟੀ ਕਰ ਲੈਣੀ। ਇੱਕ ਹੁੰਦੀ ਆ ਉਹ ਬੜੀ ਭਿੱਜ ਕੇ ਪ੍ਰੇਮ ਨਾਲ ਪੜ੍ਹਨੀ। ਤੋ ਫਲ ਹੈ ਕੋਈ ਬੱਧਾ ਚੱਟੀ ਵੀ ਕਰੇ, ਪਰ ਉਹਦੇ ਨਾਲ ਹੈ ਪ੍ਰੇਮ ਨਾਲ ਪੜ੍ਹੀ ਬਾਣੀ ਜਿੰਨਾ ਫਲ ਨਹੀਂ ਮਿਲੇਗਾ। ਤੋ ਬਾਣੀ ਪੜ੍ਹੋ ਬੜਾ ਪ੍ਰੇਮ ਰੱਖ ਕੇ, ਚਿੱਤ ਬਿਰਤੀ ਇਕਾਗਰ ਕਰਕੇ, ਬਹੁਤ ਆਨੰਦ ਦੇ ਨਾਲ ਜਿਹੜਾ ਹੈ ਚਿੱਤ ਇਕਾਂਤ ਇਕਾਗਰ ਕਰਕੇ
ਇਹ ਗੁਰਬਾਣੀ ਪੜ੍ਹਨੀ ਚਾਹੀਦੀ ਹੈ। ਸੁਨ ਉਪਦੇਸ਼ ਕਮਾਵਨ ਲਾਗੇ। ਇਸ ਤਰ੍ਹਾਂ ਮਹਾਰਾਜ ਤੋਂ ਸਿੱਖਿਆ ਉਪਦੇਸ਼ ਸੁਣ ਕੇ ਸਿੱਖ ਜਿਹੜੇ ਸੱਤੇ ਹੀ ਇਹਨਾਂ ਬੜੀ ਕਮਾਈ ਕੀਤੀ ਹੈ। ਗੁਰੂ ਪ੍ਰੇਮ ਪਾਰੀ ਬੜ ਭਾਗੇ। ਭਾਗੇ ਗੁਰੂ ਕੇ ਪ੍ਰੇਮ ਦੇ ਵਿੱਚ ਪਾਗੇ ਕਈ ਰੰਗੇ ਗਏ ਆ। ਜਿਹੜੇ ਸੱਤੇ ਜਣੇ ਵਡਭਾਗੇ ਵੱਡੇ ਭਾਗਾਂ ਵਾਲੇ ਆ। ਅੰਤ ਸਮੈ ਸਤਿਗੁਰ ਕੇ ਪਾਸ। ਅੰਤਲੇ ਸਮੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਸ ਹੀ ਪ੍ਰਾਪਤ ਭਏ ਆਨੰਦ ਪ੍ਰਕਾਸ਼। ਤੇ ਗੁਰੂ ਰਾਮਦਾਸ ਮਹਾਰਾਜ ਦੇ ਵਿੱਚ ਹੀ ਅੰਤਲੇ ਸਮੇਂ ਉਹ ਪਾਸ ਆ ਕੇ ਭਾਵ ਉਹਦੇ ਗੁਰੂ ਰਾਮਦਾਸ ਆਨੰਦ ਦੇ ਸਮੁੰਦਰ ਹੈ ਨਾ, ਇਹਨਾਂ ਦੇ ਵਿੱਚ ਹੀ ਲੀਨ ਹੋ ਗਏ ਹਨ ਸਾਰੇ ਸਿੱਖ। ਤਰ ਸ਼ਰਧਾ ਜਾਪਾ ਅਰਮਈਆ। ਤੇ ਅੱਗੇ ਕੁਝ ਸਿੱਖਾਂ ਦਾ ਹੋਰ ਪ੍ਰਸੰਗ ਹੈ। ਜਾਪਾ ਨਾਮ ਇੱਕ ਸਿੱਖ ਹੈ, ਰਮਈਆ ਨਾਮੇ ਸਿੱਖ ਹੈ। ਖੁੱਲਰ ਜਾਤ ਨਾਮ ਜਿਸ ਨਈਆ। ਤੇ ਨਈਆ ਨਾਮੇ ਸਿੱਖ ਜੀ ਦੀ ਖੁੱਲਰ ਜਾਤ ਹੈ, ਗੋਤ ਹੈ। ਤੁਲਸਾ ਬਹਰਾ ਮਿਲ ਸਿੱਖ ਚਾਰੇ। ਇੱਕ ਭਾਈ ਤੁਲਸਾ, ਇੱਕ ਭਾਈ ਵਹੁਰਾ, ਇਹ ਚਾਰੇ ਸਿੱਖ ਜਿਹੜੇ ਆ ਮਿਲ ਕਰਕੇ ਭਾਵ ਜਾਪਾ ਅਰਮਈਆ ਤੇ ਖੁੱਲਰ ਜਾਤ ਦਾ ਇੱਕ ਨਈਆ ਨਾਮ ਦਾ ਸਿੱਖ ਹੈ, ਇੱਕ ਤੁਲਸਾ, ਇੱਕ ਭਾਈ ਵਹੁਰਾ, ਇਹ ਸਾਰੇ ਚੌਂ ਜਣੇ ਮਿਲ ਕਰਕੇ ਸਤਿਗੁਰ ਰਾਮਦਾਸ ਕੇ ਦੁਆਰੇ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਵਾਰ ਪਹੁੰਚੇ ਹਨ। ਆਏ ਪ੍ਰਵੇਸ਼ੇ ਦਰਸ਼ਨ ਪਾਇਓ। ਤੇ ਆ ਕੇ ਮਹਾਰਾਜ ਦੇ ਦਰਸ਼ਨ ਦੀਦਾਰ ਕੀਤੇ ਆ। ਕੀਨ ਬੰਦਨਾ ਸੀਸ ਨਿਵਾਇਓ। ਸੀਸ ਨਵਾਇਆ, ਸਤਿਗੁਰਾਂ ਨੂੰ ਮੱਥਾ ਟੇਕਿਆ ਹੈ। ਜੋਗ ਕਰ ਜੋਰਤ ਅਰਜ ਬਖਾਨੀ। ਦੋਵੇਂ ਹੱਥ ਜੋੜ ਕੇ ਗੁਰੂ ਰਾਮਦਾਸ ਜੀ ਦੇ ਚਰਨੀ ਬੇਨਤੀ ਕਰਨ ਲੱਗੇ ਹਨ। ਦੇਹੋ ਉਪਦੇਸ਼ ਆਪਨ ਜਨ ਜਾਨੀ। ਮਹਾਰਾਜ ਆਪਦੇ ਸੇਵਕ ਦਾਸ ਜਾਣ ਕੇ ਸਾਨੂੰ ਵੀ ਸਿੱਖਿਆ ਬਖਸ਼ੋ ਜੀ। ਰਹਿ ਗ੍ਰਹਸਤ ਮਹਿ ਕਹਿਓ ਕਮਾਵੈ। ਤੇ ਮਹਾਰਾਜ ਅਸੀਂ ਬੜੇ ਗ੍ਰਸਥ ਵਿੱਚ ਰੁੱਝੇ ਹੋਏ ਹੋਣ ਕਰਕੇ ਮਹਾਰਾਜ ਤਾਂ ਕੋਈ ਐਸਾ ਉਪਦੇਸ਼ ਬਖਸ਼ੋ ਵੀ ਸਾਨੂੰ ਜਿਹੜਾ ਵਾ ਉਹ ਗ੍ਰਸਥ ਵਿੱਚ ਰਹਿੰਦੇ ਆ ਤੇ ਤੁਹਾਡਾ ਕੀਤਾ ਕਿਹਾ ਹੋਇਆ ਅਸੀਂ ਕਮਾਈ ਕਰਕੇ ਕੁਝ ਪ੍ਰਾਪਤ ਕਰ ਲਈਏ। ਜਿਸ ਤੇ ਹਮ ਸਿੱਖੀ ਪਦ ਪਾਵੈ। ਜਿਸ ਉਪਦੇਸ਼ ਤੋਂ ਸਾਨੂੰ ਸਿੱਖੀ ਪਦਵੀ, ਮਹਾਨ ਸਿੱਖ ਦੀ ਪਦਵੀ ਪ੍ਰਾਪਤ ਹੋਵੇ, ਸੁੱਖਾਂ ਦੀ ਪਦਵੀ ਮਿਲੇ ਜੀ। ਬਸ ਹੈ ਆਵਾਸ ਉਦਾਸੀ ਪਾਏ। ਇਹੋ ਜੀ ਸਿੱਖਿਆ ਬਖਸ਼ੋ ਵੀ ਅਸੀਂ ਘਰ ਵਿੱਚ ਰਹਿੰਦਿਆਂ ਹੋਇਆਂ ਹੀ ਇਹ ਮੋਹ ਮਮਤਾ ਤੋਂ ਛੁੱਟ ਜਾਈਏ, ਉਦਾਸੀ ਉਪਰਾਮਤਾ ਨੂੰ ਪ੍ਰਾਪਤ ਹੋ ਜਾਈਏ। ਦਿਨ ਪ੍ਰਤ ਉਰਤੇ ਮੋਹ ਮਿਟਾਏ। ਤੇ ਜਿਹੜਾ ਵਾ ਦਿਨ ਪਰ ਦਿਨ ਅਸੀਂ ਇਹਦੇ ਚੋਂ ਮੋਹ ਜਿਹੜਾ ਉਹ ਮਿਟਾ ਲਈਏ, ਨਾਸ਼ ਕਰ ਲਈਏ। ਸ਼੍ਰੀ ਗੁਰੂ ਰਾਮਦਾਸ ਉਪਕਾਰੀ। ਇਸ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪਰਉਪਕਾਰੀ ਸਤਿਗੁਰਾਂ ਸੁਣਿਆ ਜਦ ਬਾਣੀ ਕਰਨਾ ਠਾਨ ਉਚਾਰੀ। ਕਿਰਪਾ ਧਾਰਦੇ ਹੋਏ ਸਤਿਗੁਰਾਂ ਬਾਣੀ ਬਚਨ ਉਚਾਰਿਆ। ਇਸ ਤਰ੍ਹਾਂ ਮਹਾਰਾਜ ਸਿੱਖਿਆ ਦੇ ਰਹੇ ਆ। ਜਿਮ ਨਿਸ ਦਿਨ ਘਰ ਕਾਜ ਸੁਧਾਰੇ। ਵੀ ਜਿਸ ਤਰ੍ਹਾਂ ਨਿਤਾ ਪ੍ਰਤੀ ਤੁਸੀਂ ਆਪਣੇ ਘਰ ਦਾ ਕਾਰਜ ਸਵਾਰਦੇ ਹੋ, ਕੰਮ ਕਰਦੇ ਹੋ, ਤਿਆਗ ਕਬਹ ਨਾ ਲਾਗਹਿ ਪਿਆਰੇ। ਤੇ ਉਹ ਜਿਵੇਂ ਤੁਹਾਨੂੰ ਘਰ ਦਾ ਕੰਮ ਬੜਾ ਪਿਆਰਾ ਲੱਗਦਾ ਹੈ ਨਾ, ਛੱਡਣਾ ਬੜਾ ਔਖਾ ਲੱਗਦਾ ਹੈ ਵੀ ਉਹ ਆਖੋ ਨਾਮ ਜਪੋ, ਕਹਿੰਦੇ ਜੀ ਵੇਲ ਹੀ ਨਹੀਂ ਹੈ। ਉਹ ਘਰ ਦਾ ਕੰਮ ਛੱਡਣਾ ਜਿਹੜਾ ਮਹਾਰਾਜ ਕਹਿੰਦੇ ਜਿੰਨਾ ਤੁਹਾਨੂੰ ਔਖਾ ਲੱਗਦਾ, ਪਿਆਰਾ ਹੋਣ ਕਰਕੇ ਘਰ ਦਾ ਕੰਮ ਨਹੀਂ ਛੱਡਿਆ ਜਾਂਦਾ। ਜਿੱਦਾਂ ਤਥਾ ਪਿਆਰ ਧਾਰਹ ਗੁਰਬਾਨੀ। ਤੇ ਉਹਨਾਂ ਹੀ ਪਿਆਰ ਜਿਹੜਾ ਗੁਰੂ ਕੀ ਬਾਣੀ ਨਾਲ ਧਾਰੋ। ਵੀ ਜਿਵੇਂ ਕੰਮ ਛੱਡਣਾ ਔਖਾ ਹੈ ਉਵੇਂ ਜਾਣੋ ਵੀ ਗੁਰਬਾਣੀ ਵੀ ਛੱਡਣੀ ਔਖੀ ਹੈ। ਇਸ ਤਰ੍ਹਾਂ ਮਨ ਵਿੱਚ ਗੁਰਬਾਣੀ ਨਾਲ ਆਪਣੇ ਕੰਮਾਂ ਕਾਰਾਂ ਜਿੰਨਾ ਪ੍ਰੇਮ ਰੱਖਿਆ ਕਰੋ। ਪਠਨ ਸੁਨਨ ਕੀ ਜ਼ਹਿਰ ਚਠਾਨੀ। ਤੇ ਪ੍ਰੇਮ ਰੱਖ ਕੇ ਪੜ੍ਹਿਆ ਕਰੋ, ਕਿਸੇ ਤੋਂ ਸੁਣ ਲੈਣੀ ਜਾਂ ਕਿਸੇ ਨੂੰ ਸੁਣਾ ਦੇਣੀ ਬਾਣੀ। ਇਸ ਤਰ੍ਹਾਂ ਉਹ ਜਿਹੜਾ ਮਨ ਵਿੱਚ ਉਹ ਪ੍ਰੇਮ ਦੇ ਨਾਲ ਇਹ ਰੁਚੀ ਠਾਣ ਕੇ ਪੜ੍ਹਨੀ ਸੁਣਨੀ ਚਾਹੀਦੀ ਹੈ। ਧਰਿਓ ਅਰਥ ਜੋ ਸ਼ਬਦ ਮਝਾਰਾ। ਤੇ ਜਿਹੜਾ ਕਿਸੇ ਸ਼ਬਦ ਗੁਰਬਾਣੀ ਵਿੱਚ ਕੋਈ ਅਰਥ ਮਾਇਨਾ ਰੱਖਿਆ ਹੁੰਦਾ ਹੈ, ਬਾਰ ਬਾਰ ਉਰ ਕਰਹਾ ਵਿਚਾਰਾ। ਤੇ ਉਸ ਮਾਇਨੇ ਨੂੰ ਵਾਰ-ਵਾਰ ਹਿਰਦੇ ਵਿੱਚ ਭਾਵ ਗੁਰਬਾਣੀ ਚੋਂ ਕੋਈ ਸਿੱਖਿਆ ਮਿਲੇ ਜਿਹੜੀ ਉਹਨੂੰ ਮਨ ਵਿੱਚ ਵਾਰ-ਵਾਰ ਜਿਹੜਾ ਵਾ ਉਹ ਧਾਰਨਾ ਚਾਹੀਦਾ ਹੈ। ਕਿਆ ਗੁਰ ਕਹੈ ਹਮ ਕਹਾਂ। ਤੇ ਵਿਚਾਰ ਕਰੋ ਵੀ ਕਿੱਥੇ ਗੁਰੂ ਜੀ ਵੇਖੋ ਕੀ ਕਹਿੰਦੇ ਆ ਤੇ ਅਸੀਂ ਕੀ ਕਰਦੇ ਪਏ ਆ। ਇਹ ਮੇਰੇ ਮਨਾ ਵੀ ਮਹਾਰਾਜ ਦੀ ਬਾਣੀ ਤਾਂ ਵੇਖ ਕੀ ਕਹਿੰਦੀ ਆ ਤੇ ਤੂੰ ਵੇਖ ਕਿੱਧਰ ਨੂੰ ਤੁਰਿਆ ਹੋਇਆ। ਇਸ ਤਰ੍ਹਾਂ ਆਪਣੇ ਮਨ ਨੂੰ ਪ੍ਰੇਰੇ ਤੇ ਆਪਦੇ ਆਪ ਦੇ ਕਰਮਾਂ ਨੂੰ ਕੋਸੇ ਵੀ ਮੈਂ ਕਿੱਡਾ ਨਭਾਗਾ ਹਾਂ ਵੀ ਗੁਰੂ ਕੀ ਨਾ ਬਾਣੀ ਪੜ੍ਹ ਹੁੰਦੀ ਹੈ, ਨਾ ਮੈਥੋਂ ਸੇਵਾ ਕੀਤੀ ਜਾਂਦੀ ਹੈ। ਤੋ ਜਦੋਂ ਧਰਮ ਵਾਲੇ ਪਾਸੇ ਤੁਰੋ ਫਿਰ ਉਦੋਂ ਅੱਗੇ ਨੂੰ ਵੇਖੀਦਾ ਹੁੰਦਾ ਕਿ ਇਹ ਮੇਰਾ ਮਨਾਂ ਵੀ ਵੇਖ ਕਿੱਥੋਂ ਤੀਕ ਪਹੁੰਚੇ ਹੋਏ ਆ ਲੋਕ। 5 ਬਾਣੀਆਂ ਛੱਡ ਨਾਲ ਆਸਾ ਦੀ ਵਾਰ, ਨਾਲੋਂ 5 ਬਾਣੀਆਂ ਤੋਂ ਬਾਅਦ ਆਸਾ ਦੀ ਵਾਰ ਵੀ ਕੰਠ ਕਰੀ ਹੋਈ ਹੈ।
ਤੋ ਸੁਖਮਣੀ ਸਾਹਿਬ ਸੰਪੂਰਨ ਕੰਠ ਹੈ, ਬੇਅੰਤ ਬਾਣੀ ਕੰਠ ਹੈ। ਤੋ ਸੇਵਾ ਕਿੰਨੀ ਹੈ, ਕਿੰਨਾ ਭਜਨ ਬੰਦਗੀ ਹੈ ਫਲਾਣੇ ਦਾ ਉਹਦਾ। ਤੋ ਇਸ ਤਰ੍ਹਾਂ ਅੱਗੇ ਨੂੰ ਵੇਖੀਏ ਜਦੋਂ ਧਰਮ ਤੇ, ਫਿਰ ਉਦੋਂ ਆਪਦੇ ਆਪ ਨੂੰ ਪਿੱਛੇ ਜਾਣ ਵੀ ਮਣਾ ਤੂੰ ਤਾਂ ਅਜੇ ਪੂਣੀ ਨਹੀਂ ਕੱਤੀ ਹੈ। ਤੇ ਜਦੋਂ ਕੋਈ ਪਾਪ ਕਰੋ ਉਦੋਂ ਫਿਰ ਪਿੱਛੇ ਨੂੰ ਵੇਖੋ ਵੀ ਮਣਾ ਵੇਖ ਵੀ ਫਲਾਣੇ ਨੇ ਪਾਪ ਕੀਤੇ ਤਾਂ ਹੈ, ਪਰ ਮੈਂ ਉਦੋਂ ਤੋਂ ਅੱਗੇ ਲੰਘ ਚੱਲਿਆ। ਪਾਪ ਕਰਦਿਆਂ ਪਿੱਛੇ ਨੂੰ ਵੇਖੇ, ਤੇ ਜਦੋਂ ਕੋਈ ਪੁੰਨ ਕਰਨਾ, ਕੋਈ ਬਾਣੀ ਪੜ੍ਹਨੀ, ਫਿਰ ਆਪ ਤੋਂ ਅੱਗੇ ਲੰਘ ਗਏ ਜਿਹੜੇ ਉਹਨਾਂ ਵੱਲ ਵੇਖੇ। ਪਰ ਹੁੰਦਾ ਐ ਵੀ ਅਸੀਂ ਜਦੋਂ ਔਗਣ ਵੇਖਣੇ ਆ ਉਦੋਂ ਅਸੀਂ ਜਿਹੜਾ ਹੈ ਪਛਾਣ ਨੂੰ ਵੇਖਦੇ ਹਾਂ, ਜਾਂ ਕਹਿ ਲਓ ਵੀ ਅਗਾਂਹ ਨੂੰ ਵੇਖਦੇ ਹਾਂ ਵੀ ਫਲਾਣੇ 'ਚ ਘੱਟ ਹੈ, ਮੈਂ ਤਾਂ ਕੀਤਾ ਹੀ ਅਜੇ ਕੁਝ ਨਹੀਂ, ਫਲਾਣੇ 'ਚ ਘੱਟ ਹੈ, ਕਿੰਨੇ ਔਗਣਾ ਭਰਿਆ। ਤੇ ਇਸ ਤਰ੍ਹਾਂ ਉਹ ਜਾਂ ਕਹਿ ਲਓ ਵੀ ਅਸੀਂ ਪਾਪ ਕਰਦੇ ਹਾਂ ਜਦੋਂ, ਉਦੋਂ ਅਸੀਂ ਅੱਗੇ ਨੂੰ ਵੇਖਦੇ ਹਾਂ ਵੀ ਵੇਖੋ ਫਲਾਣੇ ਨੇ ਤਾਂ ਆਹ ਕੀਤਾ, ਉਹਦਾ ਕੀ ਵਿਗੜ ਗਿਆ, ਇਸ ਨੇ ਆਹ ਕੀਤਾ, ਉਹਦਾ ਕੀ ਵਿਗੜ ਗਿਆ। ਤਾਂ ਉਦੋਂ ਅਸੀਂ ਅੱਗੇ ਨੂੰ ਵੇਖਦੇ ਹਾਂ, ਜਿਸ ਕਰਕੇ ਮਨ ਹੋਰ ਉਤਸ਼ਾਹ ਵਿੱਚ ਆਉਂਦਾ ਵੀ ਮਨਾ ਜੇ ਤੂੰ ਬੜਾ ਪਿੱਛੇ ਪਾਪ ਕਰਨ ਵਿੱਚ, ਹੋਰ ਕਰ ਲੈ। ਤੇ ਜਦੋਂ ਅਸੀਂ ਕੋਈ ਧਰਮ ਕੰਮ ਕਰਨਾ ਹੁੰਦਾ ਹੈ, ਕੋਈ ਪੁੰਨ ਫਲ ਦਾ, ਉਦੋਂ ਫਿਰ ਅਸੀਂ ਵੇਖਦੇ ਹਾਂ ਪਿੱਛੇ ਨੂੰ ਕਿ ਆਹ ਵੇਖੋ ਫਲਾਣਾ ਤਾਂ ਇੰਨੇ ਵੀ ਨਹੀਂ ਕਰਦਾ ਜਿੰਨਾ ਮੈਂ ਸੇਵਾ ਕਰਦਾ, ਅਜੇ ਮੈਂ ਤਾਂ 2 ਸਮੇਂ ਗੁਰੂ ਘਰ ਚਲਾ ਜਾਂਦਾ, ਮੈਂ ਤਾਂ ਅਜੇ ਕਥਾ ਸੁਣਦਾ ਤੇ ਕੋਈ ਆ ਫਲਾਣਾ ਕੁਝ ਵੀ ਨਹੀਂ ਸੁਣਦਾ ਹੀ ਨਹੀਂ ਹੈ। ਤੋ ਇਸ ਤਰ੍ਹਾਂ ਅਸੀਂ ਵੇਖਦੇ ਹਾਂ। ਤੂੰ ਆਪਦੇ ਆਪ ਨੂੰ ਫਿਰ ਸਮਝੀਦਾ ਵੀ ਅਸੀਂ ਬੜਾ ਅੱਗੇ ਹਾਂ ਧਰਮ ਦੇ ਖੇਤਰ ਵਿੱਚ, ਫਿਰ ਮਨ ਢਹਿੰਦਾ ਵੀ ਕੋਈ ਨਾ ਅਜੇ ਦੂਜੇ ਬੜੇ ਪਿੱਛੇ ਹੈ। ਤੋ ਜਦੋਂ ਧਰਮ ਦਾ ਕੋਈ ਕਾਰਜ ਕਰਨਾ ਉਦੋਂ ਅੱਗੇ ਵੇਖੋ, ਜਦੋਂ ਕੋਈ ਜਿਹੜਾ ਵਾ ਉਹ ਨਖਿੱਧ ਕਾਰਜ ਪਾਪ ਹੁੰਦਾ ਉਦੋਂ ਪਿੱਛੇ ਨੂੰ ਵੇਖੋ ਵੀ ਸੰਸਾਰ ਪਾਪਾਂ ਵਿੱਚ ਬੜਾ ਪਿੱਛੇ ਹੈ। ਤੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸਦੇ ਵੀ ਗੁਰਬਾਣੀ ਵਿੱਚ ਜਿਹੜੇ ਅਰਥ ਉਹਦੇ ਸ਼ਬਦ ਦਾ ਉਪਦੇਸ਼ ਹੈ ਉਹਦੀ ਵਿਚਾਰ ਕਰੋ ਵੀ ਮਨਾ ਗੁਰੂ ਜੀ ਕੀ ਕਹਿੰਦੇ ਆ ਤੇ ਤੂੰ ਕਿੱਥੇ ਹੈ, ਤੂੰ ਕਿੱਥੇ ਖੜਾ ਤੇ ਮਹਾਰਾਜ ਦੀ ਬਾਣੀ ਕੀ ਕਹਿੰਦੀ ਹੈ। ਸੁਨੈ ਸੁਨੈ ਮੋਰੋ ਮਨ ਮਹਾ, ਤੇ ਆਪਦੇ ਮਹਾਨ ਵਿਗੜੇ ਹੋਏ ਮਨ ਨੂੰ ਸਣੇ ਸਣੇ ਹੌਲੀ ਹੌਲੀ ਫਿਰ ਵਾਪਸ ਪਿੱਛੇ ਮੋੜੋ, ਪੁੰਨਾਂ ਵਾਲੇ ਪਾਸੇ ਧਰਮ ਕਾਰਜ ਕਰਨ ਨੂੰ ਹੌਲੀ ਹੌਲੀ ਪਾਪਾਂ ਤੋਂ ਪਿਛਾਂਹ ਨੂੰ ਮੋੜ ਲੈਣਾ ਚਾਹੀਦਾ ਹੈ। ਮਮ ਸਰੀਰ ਕੋ ਧਾਰਹੁ ਧਿਆਨ, ਤੇ ਸਾਡੇ ਸਰੀਰ ਸਰੂਪ ਦਾ ਜਿਹੜਾ ਤੁਸਾਂ ਧਿਆਨ ਧਾਰ ਕੇ ਰੱਖਣਾ ਹੈ। ਅੰਮ੍ਰਿਤ ਵੇਲਾ ਪੁੰਨ ਮਹਾਨ, ਤੇ ਅੰਮ੍ਰਿਤ ਵੇਲਾ ਜਿਹੜਾ ਮਹਾਨ ਪੁੰਨਾਂ ਦਾ ਪਵਿੱਤਰ ਸਮਾਂ ਹੈ, ਜਾਂ ਪੁੰਨ ਕਹੀਏ ਪਵਿੱਤਰ ਸਮਾਂ ਹੈ। ਮਮ ਬਾਣੀ ਕੋ ਕਰਹੁ ਉਚਾਰਨ, ਉਦੋਂ ਸਾਡੀ ਬਾਣੀ ਨੂੰ ਉਚਾਰਨਾ ਕਰੋ, ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨਾ ਕਰੋ। ਮਿਲ ਸਿੱਖਣ ਤੇ ਅਰਥ ਵਿਚਾਰਨ, ਤੇ ਸਿੱਖਾਂ ਨਾਲ ਰਲ ਮਿਲ ਕਰਕੇ ਅਰਥਾਂ ਦੀ ਜਿਹੜੀ ਵਿਚਾਰ ਹੈ ਗੁਰਬਾਣੀ ਦਿਆਂ ਦੀ ਉਹ ਰਲ ਕੇ ਕਰਿਆ ਕਰੋ, ਸੁਣਿਆ ਕਰੋ। ਜਿਮ ਤੋ ਰੰਗ ਕੋ ਦੇਹ ਮਸਾਲਾ, ਤੇ ਇਹ ਐ ਹੋ ਤੁਹਾਡੇ ਮਨ ਨੂੰ ਜਿਵੇਂ ਕੋਈ ਘੋੜੇ ਨੂੰ ਮਸਾਲਾ ਦੇਈਦਾ ਹੈ। ਬਾਹਰ ਕਰਹਿ ਕਾਜੈ ਚਿਰਕਾਲਾ, ਤੇ ਚਿਰਕਾਲ ਕਾਫੀ ਸਮੇਂ ਵਾਸਤੇ ਕਾਜਾ ਉਹਦਾ ਮੂੰਹ ਜਿਹਾ ਬੰਨ ਕੇ ਵੀ ਮਸਾਲਾ ਜਿਹਾ ਸਿੱਟ ਨਾ ਦੇਵੇ, ਤੇ ਉਹ ਉੱਪਰ ਨੂੰ ਕਰਕੇ ਬੰਨ ਦਿੰਦੇ, ਉਹਨੂੰ ਆਂਦੇ ਕਾਜਾ ਕੀਤਾ। ਤੋ ਉਹ ਕਹਿੰਦੇ ਆ ਮਹਾਰਾਜ ਕਿ ਭਾਈ ਜਿਵੇਂ ਘੋੜੇ ਦਾ ਕਾਜਾ ਹੁੰਦਾ ਨਾ ਵਿਗੜੇ ਹੋਏ ਦਾ, ਉਹਦੀ ਬਿਮਾਰੀ ਠੀਕ ਕਰਨ ਵਾਸਤੇ ਫਿਰ ਉਹਨੂੰ ਕੁਝ ਸਮੇਂ ਵਾਸਤੇ ਉੱਪਰ ਬੰਨ੍ਹ ਦਿੰਦੇ ਆ। ਤੋ ਇਸ ਤਰ੍ਹਾਂ ਬਾਣੀ ਪੜ੍ਹਨੀ ਚੁੱਪ ਚਾਂਤ ਧਾਰ ਕੇ ਨਹੀਂ, ਉਹ ਰੌਲੇ ਦੇ ਵਿੱਚ ਹੀ ਕੁਝ ਜਪਜੀ ਸਾਹਿਬ ਕਰ ਦੇ ਵਿੱਚ ਹੀ ਉਹ ਬੋਲਣ ਲੱਗ ਗਏ, ਫਿਰ ਲੱਗ ਜਾਏ। ਤੋ ਐਸੋ ਜੀ ਇਕਾਂਤ ਜਿਹੜਾ ਵਾ ਉਹ ਥਾਂ ਵੇਖ ਕੇ, ਜਾਂ ਕੋਈ ਮਨ ਨੂੰ ਟਿਕਾ ਇਕਾਗਰ ਕਰਕੇ ਤੇ ਬਾਣੀ ਪੜ੍ਹੇ। ਜਿਵੇਂ ਘੋੜਾ ਮਸਾਲਾ ਦੇਣ ਤੋਂ ਬਾਅਦ ਫਿਰ ਟਿਕਾ ਚਾਹੀਦਾ ਕੁਝ ਸਮੇਂ ਵਾਸਤੇ, ਇਸ ਤਰ੍ਹਾਂ ਮਨ ਨੂੰ ਗੁਰਬਾਣੀ ਵਾਸਤੇ ਪੜ੍ਹਨ ਸੁਣਾਉਣ ਦੇ ਨਾਲ ਨਾਲ ਟਿਕਾ ਬੜਾ ਜ਼ਰੂਰੀ ਹੈ। ਤਬ ਹੈ ਰੋਗੀ ਹੋਏ ਨਿਰੋਵਾ, ਤੇ ਫਿਰ ਮਨ ਰੂਪੀ ਜਿਹੜਾ ਰੋਗੀ ਹੈ ਨਿਰੋਵਾ ਹੋ ਜਾਵੇਗਾ, ਔਗਣਾ ਰੂਪ ਬਿਮਾਰੀਆਂ ਸਭ ਨਾਸ਼ ਹੋ ਜਾਣਗੀਆਂ। ਸਭ ਸਰੀਰ ਕੀ ਵਿਆਧੀ ਖੋਵਾ, ਤੇ ਫਿਰ ਸਰੀਰ ਦੀ ਵਿਆਧੀ ਜਿਵੇਂ ਘੋੜਾ ਗਵਾ ਲੈਂਦਾ ਹੈ ਆਪਦਾ ਸਰੀਰ, ਘੋੜੇ ਦਾ ਜਿਵੇਂ ਦਰੁਸਤ ਹੋ ਜਾਂਦਾ ਹੈ। ਤਿਮ ਸਤ ਗੁਰ ਕੋ ਕਰਬੇ ਧਿਆਨ, ਤੇ ਉਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਧਿਆਨ ਕਰਨ ਦੇ ਨਾਲ ਹਿਰਦੇ ਧਾਰਨ ਪ੍ਰੇਮ ਮਹਾਨ, ਤੇ ਹਿਰਦੇ ਵਿੱਚ ਮਹਾਨ ਬਹੁਤ ਹੀ ਪ੍ਰੇਮ ਭਾਵਨਾ ਧਾਰ ਕਰਕੇ ਸਿਮਰਹਿ ਵਾਹਿਗੁਰੂ ਸਤਿਨਾਮੁ, ਤੇ ਵਾਹਿਗੁਰੂ 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 ਜਿਹੜਾ ਨਾਮ ਹੈ ਉਹ ਸੱਚਾ ਉਹ ਸਿਮਰਨਾ ਕਰੇ। ਨਾ ਤਬ ਨਾ ਸਹਿ ਹਉਮੈ ਬੜ ਆਮੂ, ਤੇ ਹਉਮੈ ਰੂਪੀ ਬੜ ਵੱਡਾ ਆਮੂ ਰੋਗ ਨੂੰ ਕਹਿੰਦੇ ਆ। ਵੱਡਾ ਰੋਗ ਜਿਹੜਾ ਹਉਮੈ ਹੰਕਾਰ ਦਾ ਹੈ
ਉਹ ਨਾਸ਼ ਹੋ ਜਾਵੇਗਾ। ਮਨ ਤੁਰੰਗ ਬੜ ਸੁਧਤਾ ਪਾਵੈ। ਤੇ ਮਨ ਰੂਪੀ ਘੋੜਾ ਫਿਰ ਵੱਡੀ ਸੁੱਧਤਾ, ਉਹ ਤਕੜਾਈ ਪਾ ਲਵੇਗਾ, ਸ਼੍ਰੇਸ਼ਠਤਾ ਹੀ ਪਾ ਲਵੇਗਾ, ਪਵਿੱਤਰਤਾ ਪਾ ਲਵੇਗਾ। ਗੁਰ ਅਨੁਸਾਰੀ ਹੋਏ ਥਿਰਤਾਵੈ। ਤੇ ਗੁਰੂ ਦੇ ਅਨੁਸਾਰੀ ਹੋ ਕੇ ਫਿਰ ਮਨ ਜਿਹੜਾ ਟਿਕ ਜਾਵੇਗਾ, ਟਿਕਾ ਸਹਿਤ ਹੋ ਜਾਵੇਗਾ। ਕਾਇਨ ਵਿਚਰਤ ਸਿਮਰਹ ਨਾਮੋ। ਤੇ ਇਸ ਤਰ੍ਹਾਂ ਫਿਰ ਜਦੋਂ ਪੈਰਾਂ ਨਾਲ ਚੱਲੋ, ਮਹਾਰਾਜ ਕਹਿੰਦੇ ਉਦੋਂ ਵੀ ਤੁਰਦਿਆਂ ਹੋਇਆਂ ਵੀ ਨਾਮ ਜਪਿਆ ਕਰੋ ਜੀ। ਹਾਥਨ ਕਰੇ ਹੋ ਕਾਜ ਸਭ ਧਾਮੋ। ਤੇ ਹੱਥਾਂ ਨਾਲ ਕੰਮ ਕਰੀ ਜਾਓ, ਪੈਰਾਂ ਨਾਲ ਚੱਲਦੇ ਜਾਓ ਉਦੋਂ ਵੀ ਨਾਮ, ਹੱਥਾਂ ਨਾਲ ਜਦੋਂ ਕੰਮ ਕਰੋ ਨਾ ਘਰ ਦੇ ਸਾਰੇ, ਉਦੋਂ ਵੀ ਨਾਮ ਜਪਿਆ ਕਰੋ। ਉਠਤ ਬੈਠਤ ਜਾਗਤ ਸੋਵਤ। ਤੇ ਉੱਠਦਿਆਂ ਬਹਿੰਦਿਆਂ, ਜੇ ਉਠੋ ਉਦੋਂ ਵੀ, ਸੌਣਾ ਹੈ ਉਦੋਂ ਵੀ, ਬੈਠਿਆਂ ਹੋਇਆਂ ਵੀ, ਜਾਗਦਿਆਂ ਵੀ, ਸੌਂਦਿਆਂ ਵੀ, ਖੜਿਆਂ ਹੋਇਆਂ, ਤੁਰਦਿਆਂ, ਕੰਮ ਕਰਦਿਆਂ ਵੀ। ਸੁਣਤੇ ਸ਼ਰਵਣ ਬਿਲੋਚਨ ਜੋਵਤ। ਤੇ ਸੁਣਨਾ ਕੰਨਾਂ ਨਾਲ ਉਦੋਂ ਵੀ, ਤੇ ਜਿਵੇਂ ਆਪਾਂ ਕਿਤੇ ਵੇਖ ਰਹੇ ਹਾਂ, ਵੇਖਦੇ ਸਮੇਂ ਵੀ ਜਿਹੜਾ ਧਿਆਨ ਹੈ ਉਹ ਪਰਮੇਸ਼ਰ ਪ੍ਰਭੂ ਦੇ ਵਿੱਚ ਰਹਿਣਾ ਚਾਹੀਦਾ ਹੈ। ਰਿਦਾ ਤਰਹਾ ਸਤਿਗੁਰ ਕੇ ਸੰਗ। ਵੀ ਇੰਦਰੇ ਕਰੀ ਜਾਣ ਜੋ ਕਰਦੇ, ਅੱਖਾਂ ਵੇਖਣ, ਕੰਨ ਸੁਣੀ ਜਾਣ ਜੋ ਸੁਣਦੇ ਆ, ਹੱਥ ਕਰੀ ਜਾਣ, ਪੈਰ ਤੁਰੀ ਜਾਣ ਜੋ ਜਿੱਧਰ ਨੂੰ ਜਾਂਦੇ ਆ। ਪਰ ਮਨ ਦੀ ਬਿਰਤੀ ਜਿਹੜੀ ਨਾ, ਚਿੱਤ ਜਿਹੜਾ ਉਹ ਪਰਮੇਸ਼ਰ ਵਿੱਚ ਜੁੜਿਆ ਰਹੇ, ਸਰੀਰ ਕੰਮ ਕਰਦਾ ਰਹੇ, ਤੇ ਪਰ ਚਿੱਤ ਜਿਹੜੀ ਬਿਰਤੀ, ਮਨ ਉਹ ਪ੍ਰਭੂ ਵਿੱਚ ਜੋੜ ਕੇ ਰੱਖਣਾ ਹੈ। ਅਪਰ ਕਿਰਿਆ ਕਰੀਐ ਸਭ ਅਸੰਗ। ਤੇ ਸਾਰੇ ਸਰੀਰ ਨਾਲ ਦੂਜੇ ਕੰਮ ਕਾਰ ਆਪਦੇ ਕਰੀ ਜਾਓ, ਹਿਰਦੇ ਨਾਲ ਮਨ ਸੁਰਤੀ ਸਿਮਰਤੀ ਨਾਲ ਨਾਮ ਜਪਣਾ ਚਾਹੀਦਾ ਹੈ। ਜਿਮ ਸਿਰ ਘਟ ਬਹ ਬਾਤ ਬਣਾਵਤ। ਮਾਰੇ ਪ੍ਰਮਾਣ ਦਿੰਦੇ, ਜਿਵੇਂ ਕੋਈ ਮਾਈਆਂ ਸਿਰ ਤੇ ਘੜਾ ਰੱਖਦੀਆਂ ਤੇ ਨਾਲ ਗੱਲਾਂ ਵੀ ਕਰੀ ਜਾਂਦੀਆਂ ਹਨ। ਹਾਥ ਹਲਾਵਤ ਮਾਰਗ ਜਾਵਤ। ਤੇ ਹੱਥ ਹਿਲਾਉਂਦੀਆਂ, ਨਾਲੇ ਰਸਤੇ ਵਿੱਚ ਤੁਰੀਆਂ ਜਾਂਦੀਆਂ, ਪੈਰਾਂ ਨਾਲ ਤੁਰਦੀਆਂ, ਹੱਥ ਹਿਲਾਈ ਜਾਂਦੀਆਂ, ਮੂੰਹ ਨਾਲ ਗੱਲਾਂ ਕਰੀ ਜਾਂਦੀਆਂ ਹਨ। ਤਉ ਕਟੇ ਸੋ ਮਨ ਹੈ ਜੁਰਿਓ। ਪਰ ਫਿਰ ਵੀ ਉਹ ਘੜੇ ਦੇ ਵਿੱਚੋਂ ਮਨ ਨਹੀਂ ਉਹਨਾਂ ਦਾ ਪਾਸੇ ਹੁੰਦਾ, ਵੀ ਮਨ ਉਹ ਘੜੇ 'ਚ ਹੀ ਹੁੰਦਾ, ਵੀ ਇਹ ਪਾਣੀ ਦਾ ਘੜਾ ਸਿਰ ਤੇ ਰੱਖਿਆ ਡੁੱਲ ਨਾ ਜਾਵੇ। ਕੰਮ ਵੀ ਤੁਰਦੀਆਂ ਵੀ ਆ, ਹੱਥ ਵੀ ਹਿਲਾਈ ਜਾਂਦੀਆਂ ਤੁਰਦੀਆਂ, ਤੇ ਮੂੰਹ ਨਾਲ ਬੋਲਦੀਆਂ ਵੀ ਆ, ਸੁਣਦੀਆਂ ਵੀ ਆ। ਪਰ ਉਹਨਾਂ ਦਾ ਮਨ ਜਿਹੜਾ ਹੁੰਦਾ ਉਹ ਘੜੇ ਵਿੱਚ ਹੁੰਦਾ, ਇਹ ਘੜੇ ਵਿੱਚ ਧਿਆਨ ਘੜੇ ਵਿੱਚ ਹੀ ਹੁੰਦਾ, ਵੀ ਡੁੱਲ ਨਾ ਜਾਵੇ। ਗ੍ਰਹਿਣ ਡੁੱਲਹਿ ਰਹਿ ਸੁਤਰਿਓ। ਵੀ ਵੇਖੋ ਮਹਾਰਾਜ ਕਹਿੰਦੇ, ਉਹ ਵੇਖੋ ਮਾਈਆਂ ਵੀ ਸੁਰਤੀ ਘੜੇ 'ਚ ਹੀ ਹੁੰਦੀ ਹੈ, ਘੜਾ ਡਿੱਗਣ ਨਹੀਂ ਦਿੰਦੀਆਂ, ਪਾਣੀ ਡੁੱਲਣ ਨਹੀਂ ਦਿੰਦੀਆਂ ਹਨ। ਏਮ ਬ੍ਰਿਤ ਨਿਸਚਲ ਕਰ ਸੁਖ ਪਾਵੋ। ਘੜਾ ਉਸੇ ਤਰ੍ਹਾਂ ਧਰਿਆ ਰਹਿੰਦਾ ਸਿਰ ਤੇ। ਇਸ ਤਰ੍ਹਾਂ ਬਿਰਤ ਜਿਹੜੀ ਬਿਰਤੀ ਆ ਨਾ, ਉਹਦੀ ਨਿਸ਼ਚਲਤਾ ਭਾਵ ਟਿਕਾ ਪ੍ਰਾਪਤ ਕਰੋਗੇ, ਫਿਰ ਸੁੱਖ ਮਿਲੇਗਾ। ਵੀ ਬਿਰਤੀ ਜਿਹੜੀ ਉਹ ਪਰਮੇਸ਼ਰ 'ਚ ਰਹੇ। ਜਿਵੇਂ ਉਹ ਮਾਈਆਂ ਘੜਾ ਲਿਜਾਣ ਤੇ ਧਿਆਨ ਮਾਈ ਦਾ ਘੜੇ 'ਚ ਹੀ ਹੁੰਦਾ, ਚਾਹੇ ਗੱਲਾਂ ਵੀ ਕਰੀ ਜਾਏ, ਚਾਹੇ ਤੁਰਦਿਆਂ ਵੀ, ਤੇ ਚਾਹੇ ਜੇ ਉਹ ਗੱਲਾਂ ਕਰਦਿਆਂ ਸੁਣਦਿਆਂ ਵੀ। ਉਹ ਜਿਵੇਂ ਧਿਆਨ ਘੜਾ ਚੁੱਕਣ ਵਾਲੀ ਦਾ ਘੜੇ ਵਿੱਚ ਮਾਈ ਦਾ, ਉਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਿੱਖ ਦਾ ਬਿਰਤੀ ਜਿਹੜੀ ਉਹ ਪਰਮੇਸ਼ਰ 'ਚ ਹੋਵੇ। ਪਰਮੇਸ਼ਰ ਘੜਾ ਜਾਣ ਲਓ ਤੇ ਜੋ ਮਰਜ਼ੀ ਕਰੀ ਜਾਓ ਹੱਥਾਂ ਪੈਰਾਂ ਨਾਲ, ਬਿਰਤੀ ਉਹ ਸਦਾ ਵਾਹਿਗੁਰੂ 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 ਪ੍ਰਭੂ ਵਿੱਚ ਲੀਨ ਰੱਖਣੀ ਚਾਹੀਦੀ ਹੈ। ਅੰਤ ਕਾਲ ਕੇਵਲ ਹੋਏ ਜਾਵੋ। ਤੇ ਅੰਤਲੇ ਸਮੇਂ ਜਿਹੜੇ ਹੈ ਉਹ ਤੁਸੀਂ ਹੈ ਉਹ ਕੇਵਲ ਮੁਕਤੀ ਨੂੰ ਪ੍ਰਾਪਤ ਹੋ ਜਾਓਗੇ। ਸ਼੍ਰੀ ਗੁਰੂ ਰਾਮਦਾਸ ਉਪਦੇਸ਼। ਇਸ ਤਰ੍ਹਾਂ ਦਾ ਉਪਦੇਸ਼ ਗੁਰੂ ਰਾਮਦਾਸ ਮਹਾਰਾਜ ਜੀਆਂ ਬਖਸ਼ਿਆ ਹੈ। ਚਾਰਹ ਸਿੱਖ ਕਮਾਏ ਹਮੇਸ਼। ਤੇ ਇਹਨਾਂ ਚੌਂ ਸਿੱਖਾਂ ਨੇ ਫਿਰ ਸੁਣ ਕੇ ਮੰਨਿਆ, ਮੰਨ ਕੇ ਕਮਾਇਆ, ਕਮਾਈ ਕੀਤੀ ਹੈ, ਸਤਿਗੁਰਾਂ ਦੀ ਸਿੱਖਿਆ ਮੰਨੀ ਹੈ। ਸੇਵਤ ਰਹੇ ਸੋ ਜਾਦਵ ਜੀਵਤ। ਤੇ ਇਸ ਤਰ੍ਹਾਂ ਫਿਰ ਉਹ ਮਹਾਰਾਜ ਨੂੰ ਸੇਵਦੇ ਧਿਆਉਂਦੇ ਰਹੇ ਆ। ਜਿੰਨਾ ਸਮਾਂ ਜਿਉਂਦੇ ਰਹੇ ਆ ਉਹਨਾਂ ਸਮਾਂ ਗੁਰੂ ਰਾਮਦਾਸ ਮਹਾਰਾਜ ਨੂੰ ਸਿਮਰਦੇ ਆ, ਧਿਆਉਂਦੇ, ਸੇਵਾ ਕਰਦੇ ਰਹੇ ਆ। ਅੰਤ ਸਮੀਪੀ ਗੁਰ ਕੇ ਥੀਵਤ। ਤੇ ਅੰਤਲੇ ਸਮੇਂ ਜਿਹੜੇ ਆ ਉਹ ਗੁਰੂ ਰਾਮਦਾਸ ਮਹਾਰਾਜ ਦੇ ਸਮੀਪੀ ਨਜ਼ਦੀਕੀ ਬਣ ਗਏ ਆ, ਸਤਿਗੁਰੂ ਦੇ ਵਿੱਚ ਥੀਵਤ ਕਈ ਟਿਕ ਗਏ ਹਨ। ਤੋ ਗੁਰੂ ਰਾਮਦਾਸ ਮਹਾਰਾਜ ਦਾ ਰੂਪ ਹੀ ਹੋ ਗਏ ਅੰਤਲੇ ਸਮੇਂ। ਇਸ ਤਰ੍ਹਾਂ ਦੇ ਇਹ ਸਿੱਖਾਂ ਦਾ ਪ੍ਰਸੰਗ ਕਵੀ ਜੀਆਂ ਲਿਖਿਆ, ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਪਾਸੋਂ, ਸਤਿਗੁਰਾਂ ਪਾਸੋਂ ਸਿੱਖਿਆ ਉਪਦੇਸ਼ ਲੈ ਕੇ ਤੋ ਬੜਾ ਸੁੰਦਰ ਜੀਵਨ ਬਤੀਤ ਕੀਤਾ ਹੈ, ਮੁਕਤੀ ਨੂੰ ਪ੍ਰਾਪਤ ਹੋਏ ਆ, ਆਨੰਦ ਮਾਣਿਆ ਹੈ। ਅੱਗੇ ਜੋ ਕਥਾ ਹੈ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਲਾਹੌਰ ਗਏ ਹੋਏ ਹੈ, 3 ਵਰ੍ਹੇ ਮਹਾਰਾਜ ਨੇ ਯਾਦ ਹੀ ਨਾ ਕੀਤਾ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਪੱਤਰ ਲਿਖਿਆ ਸੀ ਉੱਥੋਂ। ਉਹ ਜਿਵੇਂ ਪੱਤਰ ਵਿੱਚ ਮਨ ਦੀ ਚਿੱਠੀ ਵਿੱਚ ਪੀੜਾ ਲਿਖ ਕੇ ਗੁਰੂ ਰਾਮਦਾਸ ਮਹਾਰਾਜ ਤਾਈਂ ਭੇਜੀ। ਇੱਥੇ ਵੀ ਪਿਰਥੀ ਚੰਦ ਭਰਾ ਦੀਆਂ ਚਲਾਕੀਆਂ ਜੋ ਉਹ ਫਿਰ ਸਾਰਾ ਜਿਵੇਂ ਪਾਜ ਉਗੜਨਾ, ਤਾਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਲਾਹੌਰੋਂ ਮਹਾਰਾਜ ਨੇ ਵਾਪਸ ਮੰਗਾਉਣਾ, ਗੁਰਿਆਈਆਂ ਦੇਣੀਆਂ। ਅੱਗੇ ਦੀ ਅੱਗੇ ਪ੍ਰਸੰਗ ਜਿਵੇਂ ਆ ਰਹੇ ਆਪਾਂ ਸੁਣੀਏ ਜੀ।
ਹੋਈਆਂ ਭੁੱਲਾਂ ਦੀ ਖਿਮਾ। ਆਪ ਸਭ ਸੰਗਤ ਦੇ ਦਰ ਹਾਜ਼ਰੀ ਗੁਰੂ ਗਰੀਬ ਨਵਾਜ ਪ੍ਰਵਾਨ ਕਰਨ। ਸੱਚੇ ਪਾਤਸ਼ਾਹ ਮਹਾਰਾਜ ਦੀਨਾ ਬੰਧੂ। ਤੋ ਇੱਥੇ ਸਮਾਪਤੀ ਸਮਾਂ ਉੱਪਰ ਹੋ ਗਿਆ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸ਼੍ਰੀ ਗੁਰੂ ਰਾਮਦਾਸ ਉਪਦੇਸ਼, ਚਾਰਹ ਸਿੱਖ ਕਮਾਏ ਹਮੇਸ਼। ਸੇਵਤ ਰਹੇ ਸੋ ਜਾਦਵ ਜੀਵਤ, ਅੰਤ ਸਮੀਪੀ ਗੁਰ ਕੇ ਥੀਵਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अघनाश। हे पूरन हे सर्वमय दुख भंजन गुणतास। हे संगी हे निरंकार हे निर्गुण सब टेक। हे गोबिंद हे गुण निधान जाकै सदा विवेक। हे अपरंपर हर हरे है पी होवनहार। हे संत कै सदा संग निधारा आधार। हे ठाकुर हो दास रो मैं निर्गुण गुण नहीं कोय। नानक दीजै नाम दान राखा हिय परोय। आए प्रभ सरनागति कृपा निध दयाल। एक अखर हर मन बसत नानक होत निहाल। कथा निता प्रत होत है सुनो सो सिंह सुजान। नानक गुरु गोबिंद सिंह जी सदा करहै कल्याण। वाहिगुरु नाम जहाज है चढ़े सो उतरे पार। जो शरधा कर सेवंदे वाहिगुरु पार उतारन हार। जो शरधा कर सेवंदे वाहिगुरु पार उतारन हार। वाहिगुरु जी का खालसा, वाहिगुरु जी की फतेह।